Hello students. Today we will begin the chapter number 6, The Bull Beneath the Earth. And this lesson has been written by Kulwant Singh Vir. And this chapter depicts the problems of army officials. As you have already read this chapter in Punjabi in 10th class, ਤੁਸੀਂ ਪਹਿਲੇ ਵੀ ਬੇਟਾ ਇਹ chapter 10th class ਦੇ ਵਿੱਚ ਪੜ੍ਹਿਆ ਹੈ ਤੇ ਤੁਸੀਂ ਜਿਹੜਾ ਹੈ ਇਸ ਨੂੰ ਜਾਣਦੇ ਹੀ ਹੋ ਚੈਪਟਰ ਨੂੰ ਕਿ ਇਸ ਚੈਪਟਰ ਦੇ ਵਿੱਚ ਜਿਹੜਾ ਹੈ ਆਰਮੀ ਆਫੀਸ਼ੀਅਲਸ ਦੀ ਪ੍ਰੋਬਲਮਸ ਨੂੰ ਸ਼ੋ ਕੀਤਾ ਗਿਆ ਹੈ ਕਿ ਵਾਟ ਕਾਈਂਡ ਆਫ ਪ੍ਰੋਬਲਮਸ ਡੂ ਦੇ ਫੇਸ ਦੇਰ ਆਰ ਟੂ ਫਰੈਂਡਸ ਦੇਅਰ ਨੇਮਸ ਆਰ ਮਾਨ ਸਿੰਘ ਐਂਡ ਕਰਮ ਸਿੰਘ ਤਾਂ ਉਹ ਕੀ ਇਸ ਤਰ੍ਹਾਂ ਦੀ ਪ੍ਰੋਬਲਮਸ ਉਹ ਫੇਸ ਕਰਦੇ ਨੇ ਕੀ ਉਹਨਾਂ ਦੀ ਲਾਈਫ 'ਚ ਹੁੰਦਾ ਹੈ ਦੈਟ all these events of their life you will see in this chapter. Thati Khada was the just a minute. ਠਾਠੀ ਖਾੜਾ ਵਾਜ਼ ਨੋਟ ਫਾਰ ਫਰੋਮ ਅੰਮ੍ਰਿਤਸਰ ਠਾਠੀ ਖਾੜਾ ਨਾਮ ਦਾ ਜਿਹੜਾ ਪਿੰਡ ਹੈ ਉਹ ਅੰਮ੍ਰਿਤਸਰ ਤੋਂ ਬਹੁਤ ਦੂਰ ਨਹੀਂ ਸੀ ਐਂਡ ਇਟ ਵਾਜ਼ ਵਨ ਆਫ ਦ ਮੋਸਟ ਕਨਵੀਨੀਐਂਟਲੀ ਸਿਚੁਏਟਡ ਵਿਲੇਜਸ ਬਹੁਤ ਹੀ ਜ਼ਿਆਦਾ ਜਿਹੜੇ ਸੌਖੇ ਕਨਵੀਨੀਐਂਟਲੀ ਮਤਲਬ ਸੌਖੇ ਜਿਹੜੇ ਸਿਚੁਏਟਡ ਹੁੰਦੇ ਨੇ ਆਮ ਹੀ ਸੜਕ ਮੇਨ ਰੋਡ ਦੇ ਉੱਪਰ ਜਾਂ ਇਸ ਤਰ੍ਹਾਂ ਬਹੁਤ ਕਨਵੀਨੀਐਂਟਲੀ ਸਿਚੁਏਟਡ ਸੀ ਆਸਾਨੀ ਨਾਲ ਲੱਭਣ ਵਾਲਾ ਪਿੰਡ ਸੀ ਰਾਈਟ ਔਨ ਦ ਪੱਕਾ ਮੈਟਲ ਰੋਡ ਰਾਈਟ ਸਾਈਡ 'ਤੇ ਸੀ ਪੱਕੀ ਸੜਕ ਦੇ ਰਾਈਟ ਸਾਈਡ 'ਤੇ ਸੀ ਬਟ ਦ ਹੈਪੀ ਇੰਪਲਸ ਵਿਚ ਹੈਡ ਇੰਸਪਾਇਰਡ ਮਾਨ ਸਿੰਘ's ਜਰਨੀ ਵੁੱਡ ਹੈਵ ਮੇਡ ਐਨੀ ਡਿਸਟੈਂਸ ਸੀਮ ਜੋਇਫੁਲੀ ਸ਼ਾਰਟ ਬਸ ਜਿਸ ਖੁਸ਼ੀ ਨਾਲ ਮਾਨ ਸਿੰਘ ਆਪਣੀ ਯਾਤਰਾ 'ਤੇ ਗਿਆ ਸੀ ਉਹ ਖੁਸ਼ੀ ਤਾਂ ਕਿਸੇ ਵੀ ਲੰਬੇ ਸਫ਼ਰ ਨੂੰ ਛੋਟਾ ਕਰ ਦਿੰਦੀ although the shades of the evening were fast spreading ਸ਼ਾਮ ਜਿਹੜਾ ਹੋ ਰਹੀ ਸੀ and the tired Tonga pony steps fell even more laboriously on the road, Man Singh was not at all worried. Sham Singh ਜਿਹੜਾ ਮਾਨ ਸਿੰਘ ਹੈ ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਹੈ ਜਦੋਂ ਕਿ ਸ਼ਾਮ ਦਾ ਟਾਈਮ ਹੈ ਸ਼ਾਮ ਹੋ ਰਿਹਾ ਹੈ ਹੁਣ ਜਿਹੜਾ ਟੋਂਗਾ ਦਾ ਪੋਨੀ ਹੈ ਜਿਹੜਾ ਆਪਾਂ ਖੱਚਰ ਬੰਨਿਆ ਹੁੰਦਾ ਹੈ ਟਾਂਗਿਆਂ 'ਤੇ ਤੁਸੀਂ ਦੇਖਿਆ ਹੀ ਹੋਣਾ ਉਹ ਵੀ ਥੱਕ ਚੁੱਕਾ ਹੈ ਬਟ ਮਾਨ ਸਿੰਘ ਨੂੰ ਕੋਈ ਵਰੀ ਨਹੀਂ ਹੈ ਕੋਈ ਟੈਨਸ਼ਨ ਨਹੀਂ ਹੈ Man Singh, a young army man on leave from his regiment, was going to his friend Karam Singh's village. Man Singh कित्थे जा रहे हैं Karam Singh दे village दे विच. Now, where do men from deeper, firmer friendships than in the army? ਹੁਣ ਅਸੀਂ ਕਹਿ ਰਹੇ ਹਾਂ ਰਾਈਟਰ ਕਿ ਆਰਮੀ ਨਾਲੋਂ ਜ਼ਿਆਦਾ ਕਿੱਥੇ ਹੋਰ ਜਿਹੜੇ ਗਹਿਰੀਆਂ ਦੋਸਤੀਆਂ ਦੇਖਣ ਨੂੰ ਮਿਲਦੀਆਂ ਨੇ ਕਿਤੇ ਵੀ ਨਹੀਂ Man Singh and Karam Singh had been in the same regimental center and were now serving together in a battalion on the Burma front. Man Singh ਤੇ ਜਿਹੜੇ ਕਰਮ ਸਿੰਘ ਨੇ ਉਹ ਸੇਮ ਰੈਜੀਮੈਂਟ ਦੇ ਵਿੱਚ ਸੀ ਤੇ ਹੁਣ ਉਹ ਇਕੱਠੇ ਜਿਹੜਾ ਹੈ ਬਟਾਲੀਅਨ ਇੱਕੋ ਬਟਾਲੀਅਨ ਦੇ ਵਿੱਚ ਨੇ ਬਰਮਾ ਫਰੰਟ ਤੇ ਕਰਮ ਸਿੰਘ had joined up earlier ਕਰਮ ਸਿੰਘ ਨੇ ਪਹਿਲੇ ਜੁਆਇਨ ਕੀਤਾ ਸੀ and was now a ਹਵਲਦਾਰ ਕਰਮ ਸਿੰਘ ਹੁਣ ਕੀ ਹੈ ਹਵਲਦਾਰ ਹੈ ਐਂਡ ਮਾਨ ਸਿੰਘ had just got to ਨਾਇਕਸ ਰੈਂਕ ਅਤੇ ਮਾਨ ਸਿੰਘ ਹੁਣੇ ਹੀ ਨਾਇਕ ਬਣਿਆ ਹੈ ਤਾਂ ਤੁਹਾਨੂੰ ਯੂ ਕੈਨ ਬੀ ਆਸਕ ਦਾ ਕੁਐਸਚਨ ਕਿ ਵਾਟ ਆਰ ਦ ਪੋਜੀਸ਼ਨਸ ਆਫ ਮਾਨ ਸਿੰਘ ਐਂਡ ਕਰਮ ਸਿੰਘ ਤਾਂ ਮਾਨ ਸਿੰਘ ਜੋ ਹੈ ਅਸੀਂ ਦੇਖਿਆ ਕਿ ਪਹਿਲੇ ਕਿਹਨੇ ਜੁਆਇਨ ਕੀਤਾ ਕਰਮ ਸਿੰਘ ਨੇ ਕਿ ਮਾਨ ਸਿੰਘ ਨੇ ਕਰਮ ਸਿੰਘ ਜੁਆਇਨਡ ਅਰਲੀਅਰ ਸੋ ਹੀ ਇਜ਼ ਹਵਲਦਾਰ ਐਂਡ ਮਾਨ ਸਿੰਘ ਜਿਹੜਾ ਹੈ ਉਹ ਨਾਇਕ ਹੈ Many in Karam Singh's village always kept inquiring from his father about his next leave. ਬਹੁਤ ਲੋਕ ਜਿਹੜੇ ਨੇ ਕਰਮ ਸਿੰਘ ਦੇ ਪਿੰਡ 'ਚ ਉਹਦੇ ਪਿਤਾ ਨੂੰ ਪੁੱਛਦੇ ਰਹਿੰਦੇ ਕਿ ਉਹਦੀ ਅਗਲੀ ਛੁੱਟੀ ਕਦੋਂ ਆਏਗੀ ਕਦੋਂ ਪਿੰਡ ਆਏਗਾ He was a hearty, friendly character. ਉਹ ਬਹੁਤ ਹੀ ਵਧੀਆ ਦਿਲਦਾਰ ਜ਼ਿੰਦਾ ਦਿਲ ਇਨਸਾਨ ਸੀ He had a most agreeable manner of speech. ਉਹਦਾ ਬੋਲਣ ਦਾ ਜਿਹੜਾ ਤਰੀਕਾ ਹੈ ਉਹ ਵੀ ਬਹੁਤ ਵਧੀਆ ਸੀ And people loved to sit by his side. ਲੋਕਾਂ ਨੂੰ ਉਸਦੇ ਕੋਲ ਬੈਠਣਾ ਪਸੰਦ ਸੀ ਐਂਡ ਲਿਸਨ ਟੂ ਹਿਸ ਟੇਲਸ ਆਫ ਵਾਰ ਅਤੇ ਉਹਦੀ ਜਿਹੜੇ ਹੈ ਯੁੱਧ ਦੇ ਕਿੱਸੇ ਸੁਣਨਾ ਬੜਾ ਪਸੰਦ ਸੀ ਟੇਲਸ ਕੀ ਹੁੰਦੇ ਕਹਾਣੀਆਂ ਐਂਡ ਐਡਵੈਂਚਰ ਮਤਲਬ ਜੋਖਿਮ ਜਿਹੜਾ ਆਰਮੀ 'ਚ ਹੈ ਉਹਨੂੰ ਹਰ ਵੇਲੇ ਹੀ ਜਿਹੜਾ ਜੋਖਿਮ ਤਾਂ ਹੁੰਦਾ ਹੀ ਹੈ ਨਾ ਅਤੇ ਐਡਵੈਂਚਰ ਦਾ ਕੀ ਮਤਲਬ ਹੈ ਜੋਖਿਮ ਵਾਰ ਮਤਲਬ ਯੁੱਧ ਤਾਂ ਲੋਕਾਂ ਨੂੰ ਉਸ ਤੋਂ ਯੁੱਧ ਦੀਆਂ ਜਿਹੜੀਆਂ ਕਹਾਣੀਆਂ ਨੇ ਸੁਣਨਾ ਉਹ ਬਹੁਤ ਪਸੰਦ ਸੀ ਹੀ ਵਾਜ਼ ਨੋਟ ਦ ਓਨਲੀ ਸਰਵਿੰਗ ਯੂਥ ਫਰੋਮ ਦੈਟ ਵਿਲੇਜ ਦੇ ਵਰ ਅਦਰਸ ਟੂ ਸਿਰਫ ਉਹੀ ਨਹੀਂ ਸੀ ਆਪਣੇ ਪਿੰਡ 'ਚੋਂ ਜਿਹੜਾ ਆਰਮੀ ਦੇ ਵਿੱਚ ਸਰਵ ਕਰ ਰਿਹਾ ਸੀ ਉਹਦੇ ਪਿੰਡ 'ਚ ਹੋਰ ਵੀ ਲੋਕ ਸੀ ਜਿਹੜੇ ਆਰਮੀ ਦੇ ਵਿੱਚ ਸੀ
But when they came home, they were at a loss for topics to make conversation with the village folk. ਬਟ ਜਦੋਂ ਉਹ ਪਿੰਡ ਆਉਂਦੇ ਸੀ ਤਾਂ ਉਹਨਾਂ ਕੋਲ ਕੋਈ ਇਸ ਤਰ੍ਹਾਂ ਦਾ ਟੌਪਿਕ ਨਹੀਂ ਹੁੰਦਾ ਸੀ ਕਿ ਉਹ ਲੋਕਾਂ ਦੇ ਨਾਲ ਕਨਵਰਸੇਸ਼ਨ ਕਰ ਸਕਣ, ਗੱਲਬਾਤ ਕਰ ਸਕਣ। ਵਾਟ ਇਜ਼ ਦ ਮੀਨਿੰਗ ਆਫ ਕਨਵਰਸੇਸ਼ਨ? ਗੱਲਬਾਤ। With many people they did not go beyond the usual formal greeting. ਬਹੁਤ ਲੋਕਾਂ ਦੇ ਨਾਲ ਤਾਂ ਸਿਰਫ ਆਮ ਫਾਰਮਲ ਗ੍ਰੀਟਿੰਗ ਕੀ ਹੁੰਦਾ, ਕਿਸੇ ਨੂੰ ਹਾਈ ਹੈਲੋ, ਜਿਵੇਂ ਆਪਾਂ ਕੋਈ ਸਕਾਲ ਰਾਮ ਰਾਮ ਕੁਝ ਇਸ ਤਰ੍ਹਾਂ ਦਾ ਕਰਦੇ ਹਾਂ, ਤਾਂ ਦੈਟ ਇਜ਼ ਫਾਰਮਲ ਗ੍ਰੀਟਿੰਗ। ਬਹੁਤ ਲੋਕ ਤਾਂ ਇਸ ਤਰ੍ਹਾਂ ਦੇ ਗ੍ਰੀਟਿੰਗ ਤੋਂ ਅੱਗੇ ਵੱਧਦੇ ਹੀ ਨਹੀਂ ਸੀ, ਸਿਰਫ ਇੰਨੀ ਹੀ ਗੱਲ ਕਰਦੇ ਸੀ। ਇਟ ਵਾਜ਼ ਡਿਫਰੈਂਟ ਵਿਦ ਕਰਮ ਸਿੰਘ, ਬਟ ਕਰਮ ਸਿੰਘ ਨਾਲ ਗੱਲ ਹੋਰ ਸੀ। When he was at home, there were always many more people at the well in the morning for bathing, and they always stayed longer than usual. But ਜਦੋਂ ਉਹ ਆਉਂਦਾ ਸੀ ਉਦੋਂ ਜਿਹੜਾ ਹੈ ਲੋਕੀ ਪਹਿਲਾਂ ਨਾਲੋਂ ਵੱਧ ਖੂਹ 'ਤੇ ਜਿਹੜਾ ਹੈ ਨਹਾਉਣ ਵਾਸਤੇ ਆਉਂਦੇ, ਅਤੇ ਜਿਹੜਾ ਹੈ ਉੱਥੇ ਪਹਿਲਾਂ ਨਾਲੋਂ ਜ਼ਿਆਦਾ ਸਮਾਂ ਬਿਤਾਉਂਦੇ, ਕਿਉਂਕਿ ਉੱਥੇ ਉਹ ਕਰਮ ਸਿੰਘ ਦੇ ਨਾਲ ਸਮਾਂ ਬਿਤਾਉਣਾ ਇਟ ਮੀਨਸ ਪਸੰਦ ਕਰਦੇ ਸੀ। In winter, people sat by the dying fire of the Gram Parshas oven till midnight. ਰਾਤ ਨੂੰ ਉਹ ਅੱਗ ਦੇ ਨੇੜੇ ਜਿਹੜਾ ਹੈ ਅੱਧੀ ਰਾਤ ਤੱਕ ਬੈਠੇ ਰਹਿੰਦੇ। ਕਰਮ ਸਿੰਘ ਕੀਪਿੰਗ ਅਪ ਐਨ ਅਨਬ੍ਰੋਕਨ ਲਾਈਵਲੀ ਕੋਰਸ ਆਫ ਡਿਸਕਸ਼ਨ। ਕਰਮ ਸਿੰਘ ਜਿਹੜਾ ਹੈ ਕੋਈ ਨਾ ਕੋਈ ਡਿਸਕਸ਼ਨ, ਕੋਈ ਨਾ ਕੋਈ ਜਿਹੜਾ ਹੈ ਗੱਲਬਾਤ ਜਿਹੜਾ ਹੈ ਕਰੀ ਰੱਖਦਾ। ਇਨ ਹਿਜ਼ ਰੈਜੀਮੈਂਟ ਕਰਮ ਸਿੰਘ ਵਾਜ਼ ਫੇਮਸ ਐਜ਼ ਕਰੈਕ ਸ਼ਾਟ। ਆਪਣੀ ਰੈਜੀਮੈਂਟ ਦੇ ਵਿੱਚ, ਆਪਣੀ ਟੁਕੜੀ ਦੇ ਵਿੱਚ ਉਹ ਕਰੈਕ ਸ਼ਾਟ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਕਰੈਕ ਸ਼ਾਟ ਮਤਲਬ ਜਿਸ ਦਾ ਨਿਸ਼ਾਨਾ ਬਹੁਤ ਵਧੀਆ ਹੁੰਦਾ ਹੈ। In rifle shooting competitions, his bullets tore the middle of the target with such precision that it appeared as if it had been needled through thought by hand. ਰਾਈਫਲ ਸ਼ੂਟਿੰਗ ਦੇ ਵਿੱਚ ਜਿਹੜਾ ਉਹਦਾ ਨਿਸ਼ਾਨਾ ਜਿਹੜਾ ਹੈ ਇੰਨਾ ਪ੍ਰਿਸਾਈਜ਼ ਸੀ, ਪ੍ਰੀਸੀਜਨ ਇੰਨੀ ਜ਼ਿਆਦਾ ਪ੍ਰੀਸੀਜਨ ਸੀ, ਇੰਨਾ ਜ਼ਿਆਦਾ ਐਕੂਰੇਟ ਹੁੰਦਾ ਸੀ, ਐਗਜ਼ੈਕਟ ਹੁੰਦਾ ਸੀ ਕਿ ਇਸ ਤਰ੍ਹਾਂ ਲੱਗਦਾ ਸੀ ਐਜ਼ ਇਫ ਇਟ ਹੈਡ ਬੀਨ ਨੀਡਲਡ ਥੋਟ ਬਾਈ ਹੈਂਡ, ਕਿ ਉਹਨੂੰ ਉੱਥੇ ਹੱਥ ਨਾਲ ਜਿਵੇਂ ਰੱਖਿਆ ਗਿਆ ਹੋਵੇ, ਇੰਨਾ ਜ਼ਿਆਦਾ ਐਕੂਰੇਟ ਨਿਸ਼ਾਨਾ ਉਹਦਾ ਸੀ। During the war, many a Japanese soldiers hiding himself in the branches of a tree had fallen uncannily to his ravaging shots. ਜੈਪਨੀਜ਼ ਵਾਰ ਦੇ ਵਿੱਚ ਬਹੁਤ ਸਾਰੇ ਜਿਹੜੇ ਸੋਲਜਰ ਨੇ ਉਹਦੇ ਸ਼ਾਟਸ ਨਾਲ ਮਾਰੇ ਗਏ ਸੀ। Thus he paid off the scores for his comrades killed by Japanese bullets and assuaged his regiment's lacerated heart. ਤਾਂ ਉਹਨੇ ਜਿਹੜੇ ਜੈਪਨੀਜ਼ ਨੇ ਵੀ ਸਾਡੇ ਜਿਹੜੇ ਜਦੋਂ ਹੈ ਮਾਰੇ ਸੀ ਸੋਲਜਰਸ, ਤਾਂ ਉਹਨੇ ਉਹਨਾਂ ਦਾ ਬਦਲਾ ਲੈ ਲਿਆ ਸੀ, ਅਤੇ ਆਪਣੇ ਜਿਹੜੇ assuaged his regiment's lacerated heart, ਜਿਹੜੇ ਉਹਦੀ ਟੁਕੜੀ ਹੈ, ਉਹਦਾ ਜਿਹੜਾ ਦਿਲ ਟੁੱਟਿਆ ਹੋਇਆ ਸੀ, ਉਹਨੂੰ ਵੀ ਉਹਨੇ ਪੂਰਾ ਸਹੀ ਕਰ ਦਿੱਤਾ ਸੀ। ਜਦੋਂ ਉਹਨੇ ਵੀ ਉਹਨਾਂ ਦੇ ਬੰਦੇ ਮਾਰਤੇ ਤਾਂ ਉਹਨਾਂ ਦਾ ਹਿਸਾਬ ਪੂਰਾ ਹੋ ਗਿਆ। ਲੈਸੀਰੇਟਿਡ ਹਾਰਟ ਮੀਨਸ ਜ਼ਖਮੀ ਦਿਲ, ਕਿਉਂਕਿ ਜਦੋਂ ਆਰਮੀ ਦੇ ਵਿੱਚ ਆਪਣੀ ਸਾਈਡ ਦੇ ਬੰਦੇ ਮਰਦੇ ਨੇ ਉਦੋਂ ਸਾਡਾ ਦਿਲ ਬਹੁਤ ਜ਼ਖਮੀ ਹੁੰਦਾ ਹੈ, ਦੁਖੀ ਹੁੰਦਾ ਹੈ। ਵੇਅਰ ਅ ਹੋਲ ਮਸ਼ੀਨ ਗਨ ਮੈਗਜ਼ੀਨ ਫੇਲ ਟੂ ਗੇਨ ਇਟਸ ਆਬਜੈਕਟ, ਕਰਮ ਸਿੰਘਸ ਵਨ ਬੁਲੇਟ ਸਫਾਈਜ਼। ਜਿੱਥੇ ਉਹ ਕਹਿੰਦੇ ਪੂਰੀ ਮਸ਼ੀਨ ਗਨ ਜਿਹੜਾ ਹੈ ਜਿਹਦੇ 'ਚ ਪੂਰਾ ਮੈਗਜ਼ੀਨ ਭਰਿਆ ਹੋਵੇ, ਉਹ ਵੀ ਕੰਮ ਨਹੀਂ ਕਰ ਸਕਦੀ ਸੀ, ਉਹਦਾ ਵੀ ਇੰਨਾ ਫਾਇਦਾ ਨਹੀਂ ਹੁੰਦਾ ਸੀ ਜਿੱਥੇ ਜਿਹੜਾ ਹੈ ਕਰਮ ਸਿੰਘ ਦੀ ਇੱਕ ਬੁਲੇਟ, ਇੱਕ ਗੋਲੀ ਨਾਲ ਹੀ ਫਾਇਦਾ ਹੋ ਜਾਂਦਾ ਸੀ। Although his limbs had now lost the suppleness of youth, his feats in the gymnasium still left people wondering. ਕਹਿੰਦੇ ਉਹਦੇ ਲਿੰਬਸ ਦੇ ਵਿੱਚ, ਉਹਦੇ ਜਿਹੜੇ ਹੱਥਾਂ ਪੈਰਾਂ ਦੇ ਵਿੱਚ ਇੰਨੀ ਜਾਨ ਨਹੀਂ ਸੀ ਜਿੰਨੀ ਜਵਾਨੀ ਦੇ ਵਿੱਚ ਸੀ, ਬਟ ਫਿਰ ਵੀ ਜਿਮਨੇਜ਼ੀਅਮ ਦੇ ਵਿੱਚ ਅੱਜ ਵੀ ਉਹਦੇ ਜਿਹੜੇ ਜਿਮਨੇਜ਼ੀਅਮ ਦੇ ਵਿੱਚ ਜਿਹੜੇ ਫੀਟਸ ਨੇ, ਜਿਹੜੇ ਉਹ ਕੰਮ ਕਰਦਾ ਸੀ, ਐਕਟੀਵਿਟੀਜ਼ ਉਹ ਕਰਦਾ ਸੀ, ਉਹਦੇ ਨਾਲ ਲੋਕ ਹੈਰਾਨ ਰਹਿ ਜਾਂਦੇ ਸੀ। During the war days, gymnastics and many other things had of course been suspended. ਯੁੱਧ ਦੇ ਦਿਨਾਂ ਦੇ ਵਿੱਚ ਜਿਮਨਾਸਟਿਕਸ ਵਗੈਰਾ ਤਾਂ ਬੰਦ ਹੋ ਜਾਂਦਾ ਸੀ। There were no parades in stiff uniforms led by bands. ਤੇ ਕੋਈ ਯੂਨੀਫਾਰਮ ਦੇ ਵਿੱਚ ਕੋਈ ਪਰੇਡ ਵੀ ਨਹੀਂ ਹੁੰਦੀ ਸੀ। There was no bazaar in the vicinity where one would go in mufti. ਕੋਈ ਬਾਜ਼ਾਰ ਵੀ ਨਹੀਂ ਹੁੰਦਾ ਸੀ। What is the meaning of vicinity? Neighborhood, ਪੜੋਸ। One never ran into anyone from one's village or town. ਕਿਸੇ ਨੂੰ ਕੋਈ ਆਪਣੇ ਜਿਹੜਾ ਹੈ one never ran into anyone from one's village, ਕਿਸੇ ਨੂੰ ਕੋਈ ਆਪਣੇ ਸ਼ਹਿਰ ਦਾ, ਕੋਈ ਪਿੰਡ ਦਾ ਬੰਦਾ ਮਿਲਦਾ ਹੀ ਨਹੀਂ ਸੀ। So when it was Man Singh's turn to go on leave, Karam Singh felt quite envious. ਜਦੋਂ ਮਾਨ ਸਿੰਘ ਦੀ ਵਾਰੀ ਆਈ ਸੀ ਛੁੱਟੀ 'ਤੇ ਜਾਣ ਦੀ, ਤਾਂ ਕਰਮ ਸਿੰਘ ਨੂੰ ਬਹੁਤ ਐਨਵੀਅਸ ਫੀਲ ਹੋਇਆ ਸੀ, ਬਹੁਤ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜੈਲਸੀ, ਉਹਨੂੰ ਵੀ ਰੀਸ ਆਈ ਸੀ ਵੀ ਕਾਸ਼ ਮੈਂ ਵੀ ਜਾਂਦਾ। How he wished he could also get leave, ਕਿ ਕਾਸ਼ ਮੈਨੂੰ ਵੀ ਛੁੱਟੀ ਮਿਲ ਜਾਂਦੀ। Then they could go together, ਫਿਰ ਉਹ ਇਕੱਠੇ ਜਾਂਦੇ। They could perhaps pass the holiday together, ਉਹ ਛੁੱਟੀ ਇਕੱਠੇ ਬਿਤਾਉਂਦੇ। ਚੂਹਾਰਖਾਨਾ was not after all so far away from ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਚੂਹਾਰਖਾਨਾ ਵੀ ਕੋਈ ਬਹੁਤ ਜ਼ਿਆਦਾ ਦੂਰ ਨਹੀਂ ਸੀ। A bare 50 miles separated them, ਸਿਰਫ 50 ਜਿਹੜਾ ਹੈ ਮੀਲ ਦਾ ਫਰਕ ਸੀ
although one was in the area known as Majha and the other in Bar 1। ਇੱਕ ਜਿਹੜਾ ਹੈ ਪਿੰਡ ਮਾਝਾ ਏਰੀਆ ਦੇ ਵਿੱਚ ਸੀ ਤੇ ਇੱਕ ਬਾਰ ਏਰੀਆ ਦੇ ਵਿੱਚ ਸੀ। one with roots in the past and the other still young। ਇੱਕ ਤਾਂ ਏਰੀਆ ਜਿਹੜਾ ਹੈ ਉਹਦੇ ਰੂਟਸ ਸੀ ਪਾਸਟ ਦੇ ਵਿੱਚ, ਪੁਰਾਣਾ ਹੈ, ਉਹ ਇਤਿਹਾਸ 'ਚ ਉਹਦਾ ਨਾਮ ਹੈ, ਤੇ ਦੂਜਾ ਸਟਿਲ ਯੰਗ ਹੈਵਿੰਗ ਰੀਸੈਂਟਲੀ ਡਿਵੈਲਪ, ਤੇ ਦੂਜਾ ਜਿਹੜਾ ਹੈ ਰੀਸੈਂਟਲੀ ਡਿਵੈਲਪ ਹੋਇਆ, ਹੁਣੇ ਹੀ ਡਿਵੈਲਪ ਹੋਇਆ। ਬਟ ਲੀਵ ਇਨ ਦੋਜ਼ ਡੇਜ਼ ਵਾਜ਼ ਡਿਫਿਕਲਟ ਟੂ ਓਬਟੇਨ। ਪਰ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਹੈ ਜਿਹੜੀ ਲੀਵ ਹੈ, ਛੁੱਟੀ ਮਿਲਣੀ ਹੈ, ਉਹ ਔਖੀ ਹੁੰਦੀ ਸੀ। ਬਟ ਲੀਵ ਇਨ ਦੋਜ਼ ਡੇਜ਼ ਵਾਜ਼ ਡਿਫਿਕਲਟ ਟੂ ਓਬਟੇਨ। ਉਹਨਾਂ ਦਿਨਾਂ ਦੇ ਵਿੱਚ ਜਿਹੜਾ ਛੁੱਟੀ ਮਿਲਣੀ ਬਹੁਤ ਮੁਸ਼ਕਿਲ ਸੀ। one only rarely did some lucky people get it। ਸਿਰਫ ਲੱਕੀ ਲੋਕਾਂ ਨੂੰ ਹੀ ਇਹ ਛੁੱਟੀ ਮਿਲਦੀ ਸੀ। just as rarely as some lucky soldiers got the opportunity of showing gallantry and winning medals। ਜਿਸ ਤਰ੍ਹਾਂ ਸਿਰਫ ਥੋੜ੍ਹੇ ਜਿਹੜੇ ਸਿਪਾਹੀ ਹੁੰਦੇ ਨੇ ਉਹਨਾਂ ਨੂੰ ਹੀ ਮੌਕਾ ਮਿਲਦਾ ਆਪਣੀ ਗੈਲੈਂਟਰੀ। what is the meaning of gallantry? gallantry ਕੀ ਹੁੰਦਾ ਹੈ? gallantry is ਬਹਾਦੁਰੀ। gallantry ਕੀ ਹੁੰਦਾ ਹੈ? ਬਹਾਦੁਰੀ। ਐਂਡ ਵਿਨਿੰਗ ਮੈਡਲਸ, ਤਾਂ ਕਿਸ ਕਹਿ ਰਹੇ ਹੈ ਕਿ ਜਿਸ ਤਰ੍ਹਾਂ ਥੋੜ੍ਹੇ ਜਿਹੇ ਸੋਲਜਰਸ ਨੂੰ ਹੀ ਆਪਣੀ ਬਹਾਦੁਰੀ ਦਿਖਾਉਣ ਦਾ ਮੌਕਾ ਮਿਲਦਾ ਹੈ ਅਤੇ ਆਪਣੇ ਮੈਡਲ ਜਿੱਤਣ ਦਾ ਮੌਕਾ ਮਿਲਦਾ ਹੈ, ਉਸੇ ਤਰ੍ਹਾਂ ਹੀ ਜਿਹੜਾ ਹੈ ਛੁੱਟੀ ਵੀ ਕਿਸੇ ਕਿਸੇ ਲੱਕੀ ਸੋਲਜਰ ਨੂੰ ਹੀ ਮਿਲਦੀ ਸੀ। ਐਂਡ ਵੈਨ ਮਾਨ ਸਿੰਘ ਗੋਟ ਇਨ ਟੂ ਦ ਮਿਲਟਰੀ ਟਰੱਕ ਟੂ ਕਮ ਅਵੇ, ਕਰਮ ਸਿੰਘ ਗੇਵ ਹਿਮ ਦ ਪਾਰਟਿੰਗ ਮੈਸੇਜ। ਜਦੋਂ ਮਾਨ ਸਿੰਘ ਜਿਹੜਾ ਹੈ ਮਿਲਟਰੀ ਟਰੱਕ ਦੇ ਵਿੱਚ ਬੈਠਿਆ ਜਾਣ ਦੇ ਲਈ, ਤਾਂ ਕਰਮ ਸਿੰਘ ਨੇ ਉਹਨੂੰ ਇੱਕ ਮੈਸੇਜ ਦਿੱਤਾ, ਇੱਕ ਸੁਨੇਹਾ ਦਿੱਤਾ, ਯੂ ਮਸਟ ਗੋ ਟੂ ਮਾਈ ਵਿਲੇਜ, ਕਿ ਤੂੰ ਮੇਰੇ ਪਿੰਡ ਵੀ ਜਾਈਂ, ਐਂਡ ਸੀ ਮਾਈ ਪੀਪਲ ਬਿਫੋਰ ਯੂ ਰਿਟਰਨ। ਵਾਪਿਸ ਆਉਣ ਤੋਂ ਪਹਿਲਾਂ ਤੂੰ ਮੇਰੇ ਪਿੰਡ ਦੇ ਲੋਕਾਂ ਨੂੰ ਵੀ, ਮੇਰੇ ਘਰਦਿਆਂ ਨੂੰ ਵੀ ਮਿਲ ਕੇ ਆਈ। ਦੇ ਵਿਲ ਬੀ ਵੈਰੀ ਹੈਪੀ ਟੂ ਸੀ ਯੂ, ਤੈਨੂੰ ਮਿਲ ਕੇ ਬਹੁਤ ਖੁਸ਼ ਹੋਣਗੇ। ਯੂ ਕੈਨ ਗਿਵ ਦੈਮ ਨਿਊਜ਼ ਆਫ ਮੀ, ਤੂੰ ਉਹਨਾਂ ਨੂੰ ਮੇਰੀ ਖਬਰ ਦੱਸੀ। ਦੇ ਵਿਲ ਫੀਲ ਐਜ਼ ਇਫ ਆਈ ਹੈਵ ਮੈਟ ਦੈਮ, ਤਾਂ ਉਹਨਾਂ ਨੂੰ ਐਵੇਂ ਲੱਗੇਗਾ ਜਿਵੇਂ ਮੈਂ ਹੀ ਉਹਨਾਂ ਨੂੰ ਮਿਲਿਆ ਹਾਂ। And then when I see you and get news of them from you, it would be so much like seeing them personally। ਤਾਂ ਉਹ ਜਦੋਂ ਤੂੰ ਮੈਨੂੰ ਆ ਕੇ ਉਹਨਾਂ ਦੀ ਖਬਰ ਦੇਂਗਾ ਤਾਂ ਮੈਨੂੰ ਵੀ ਇਹੀ ਲੱਗੇਗਾ ਕਿ ਮੈਂ ਉਹਨਾਂ ਨੂੰ ਮਿਲਿਆ ਹਾਂ। Then to arouse Man Singh's interest in the geography of his village, he said, have you seen that tent before? ਕਹਿੰਦੇ ਤੂੰ ਉਹਨੂੰ ਆਪਦੇ ਪਿੰਡ ਦੇ ਵਿੱਚ ਥੋੜ੍ਹੇ ਜਿਹਾ ਇੰਟਰਸਟ ਦਿਵਾਉਣ ਵਾਸਤੇ ਉਹਨੂੰ ਪੁੱਛਿਆ, ਕਹਿੰਦੇ ਤੂੰ ਉਹਨੂੰ ਪਹਿਲਾਂ ਦੇਖਿਆ ਉਹ ਪਿੰਡ? No, he answered, I have passed through Amritsar but never gone beyond। ਕਹਿੰਦੇ ਮੈਂ ਅੰਮ੍ਰਿਤਸਰ ਤੋਂ ਤਾਂ ਲੰਘਿਆ ਹਾਂ ਪਰ ਉੱਥੇ ਨਹੀਂ ਕਦੇ ਗਿਆ। Oh, there are a number of gurdwaras scattered all over the countryside। ਕਹਿੰਦੇ ਪੂਰੇ ਜਿਹੜਾ ਹੈ ਪਿੰਡ ਦੇ ਆਲੇ ਦੁਆਲੇ ਗੁਰਦੁਆਰੇ ਹੀ ਨੇ, ਤਰਨ ਤਾਰਨ, ਖਡੂਰ ਸਾਹਿਬ ਐਂਡ ਗੋਇੰਦਵਾਲ। You can visit all these and then also see my people। ਕਹਿੰਦੇ ਤੂੰ ਸਾਰੇ ਗੁਰਦੁਆਰਿਆਂ 'ਚ ਵੀ ਜਾ ਸਕਦਾ ਹੈ ਅਤੇ ਮੇਰੇ ਘਰਦਿਆਂ ਨੂੰ ਵੀ ਮਿਲ ਸਕਦਾ ਹੈ। I will write to them, ਮੈਂ ਉਹਨਾਂ ਨੂੰ ਲਿਖ ਦਾਂਗਾ। ਕਰਮ ਸਿੰਘ went on in his enthusiastic self engrossed manner। ਕਰਮ ਸਿੰਘ ਜਿਹੜਾ ਆਪਣੇ ਆਪ 'ਚ ਹੀ ਖੋਇਆ ਹੋਇਆ, ਸੈਲਫ ਐਨਗਰੋਸਡ, ਆਪਣੇ ਆਪ 'ਚ ਹੀ ਖੋਇਆ ਹੋਇਆ, enthusiastic, ਪੂਰਾ ਉਹਨੂੰ ਉਤਸ਼ਾਹ ਹੈ ਇਸ ਦੇ ਵਿੱਚੋਂ ਬੋਲ ਰਿਹਾ। That's why Man Singh was now going in a tonga to Karam Singh's village toward the close of his holiday। ਹੁਣ ਜਿਹੜਾ ਹੈ ਮਾਨ ਸਿੰਘ ਇਸੇ ਕਰਕੇ ਜਿਹੜਾ ਹੈ ਉਹਦੇ ਪਿੰਡ ਜਾ ਰਹੇ ਹੈ। ਤਾਂ ਹੁਣ ਆਪਾਂ ਇੱਥੇ ਦੇਖਦੇ ਹਾਂ ਕਿ ਉਹਦਾ ਪਿੰਡ ਕਿਹੜਾ ਹੈ, ਉਹ ਕਿੱਥੇ ਜਾ ਰਿਹਾ ਸੀ। ਜਦੋਂ when the lesson began, where was Man Singh going? He was going to Thathikhada। It means the Thathikhada is the village of Karam Singh। ਕਰਮ ਸਿੰਘ ਦਾ ਉਹਨੇ ਕਿਹਾ ਸੀ ਤੂੰ ਮੇਰੇ ਪਿੰਡ ਜਾ ਕੇ ਆਈ, ਤਾਂ ਇਸੇ ਕਰਕੇ ਉਹ ਉਹਦੇ ਪਿੰਡ ਜਾ ਰਹੇ ਆ ਛੁੱਟੀਆਂ ਖਤਮ ਹੋਣ ਤੋਂ ਮਤਲਬ ਪਹਿਲਾਂ, ਖਤਮ ਹੋਣ ਤੋਂ ਪਹਿਲਾਂ, ਆਪਣੇ ਵਾਪਸ ਜਾਣ ਤੋਂ ਪਹਿਲਾਂ ਉਹ ਉਹਦੇ ਪਿੰਡ ਜਾ ਰਿਹਾ ਹੈ। ਇੱਥੋਂ ਲੈਸਨ ਸ਼ੁਰੂ ਹੋਇਆ, ਸਮਝ ਆ ਰਹੀ ਹੈ। ਸੋ ਨਾਓ ਵੀ ਕਮ ਟੂ ਨੋ ਦੈਟ ਥਾਥੀਖਾੜਾ ਇਜ਼ ਅ ਵਿਲੇਜ ਆਫ ਕਰਮ ਸਿੰਘ ਨੀਅਰ ਅੰਮ੍ਰਿਤਸਰ। That's why Man Singh was now going in a tonga to Karam Singh's village toward the close of his holiday। It's Man Singh Bapuji from Chuhar Khana। Now it becomes more clear। ਜਿਹੜਾ ਚੂਹਾਰ ਖਾਨਾ ਹੈ ਉਹ ਕਿਹਦਾ ਪਿੰਡ ਹੈ? ਐਂਡ ਠਾਠੀਖਾੜਾ ਕਰਮ ਸਿੰਘ ਦਾ। ਯੂ ਕੈਨ ਬੀ ਆਸਕ ਦਿਸ ਕੁਐਸਚਨ ਇਨ ਦ ਐਗਜ਼ਾਮ ਕਿ ਵਿਚ ਇਜ਼ ਦ ਵਿਲੇਜ ਆਫ ਕਰਮ ਸਿੰਘ ਐਂਡ ਵਿਚ ਇਜ਼ ਦ ਵਿਲੇਜ ਆਫ ਮਾਨ ਸਿੰਘ। ਦੈਨ ਯੂ ਵਿਲ ਬੀ ਕਨਫਿਊਜ਼ਡ, ਫਿਰ ਤੁਹਾਨੂੰ ਕਨਫਿਊਜ਼ਨ ਹੋਏਗੀ ਕਿ ਕਿਹੜਾ ਕਿਹਦਾ ਹੈ। ਨਾਓ ਇਟਸ ਕਲੀਅਰ ਕਿ ਜਿਹੜਾ ਚੂਹਾਰ ਖਾਨਾ ਹੈ ਉਹ ਕਿਹਦਾ ਹੈ? ਮਾਨ ਸਿੰਘ। ਐਂਡ ਜਿਹੜਾ ਠਾਠੀਖਾੜਾ ਹੈ ਕਰਮ ਸਿੰਘ ਦਾ ਹੈ। Man Singh joined his hands in respect as he greeted the old man
ਸਿਟਿੰਗ ਇਨ ਦ ਪੋਰਚ ਆਫ ਕਰਮ ਸਿੰਘ's ਹਾਊਸ। ਮਾਨ ਸਿੰਘ ਨੇ ਜਿਹੜਾ ਹੱਥ ਮਿਲਾਇਆ ਬਜ਼ੁਰਗ ਆਦਮੀ ਨਾਲ ਜਿਹੜੇ ਕਿ ਉਹ ਕਰਮ ਸਿੰਘ ਦੇ ਘਰ ਬੈਠੇ ਸੀ। ਕਮ ਟੇਕ ਯੋਰ ਸੀਟ, ਵੈਲਕਮ ਟੂ ਯੂ। ਉਹਨਾਂ ਨੇ ਕਿਹਾ ਆਓ ਬੈਠੋ, ਤੁਹਾਡਾ ਜੀ ਆਇਆਂ ਨੂੰ। ਸੈਡ ਦ ਓਲਡ ਮੈਨ ਵਿਦ ਐਨ ਏਅਰ ਆਫ ਪ੍ਰੀਓਕੂਪੇਸ਼ਨ। ਉਹਨਾਂ ਨੇ ਥੋੜ੍ਹਾ ਆਪਣੇ ਆਪ 'ਚ ਉਹ ਵਿਅਸਤ ਸੀ, ਬਿਜ਼ੀ ਸੀ। ਮਾਨ ਸਿੰਘ ਵਾਕਡ ਇਨ ਸੈਟ ਔਨ ਅ ਸਮॉल ਸਟ੍ਰਿੰਗ ਬੈੱਡ। ਮਾਨ ਸਿੰਘ ਅੰਦਰ ਆ ਗਿਆ ਅਤੇ ਉਹ ਇੱਕ ਛੋਟੇ ਜਿਹੇ ਸਮॉल ਸਟ੍ਰਿੰਗ ਬੈੱਡ ਪਿਆ ਸੀ, ਉਹਦੇ 'ਤੇ ਬੈਠ ਗਿਆ। ਦ ਓਲਡ ਮੈਨ ਲੁਕਡ ਓਬਵੀਅਸਲੀ ਪਰਟਰਬਡ ਐਟ ਮਾਨ ਸਿੰਘ's ਅਰਾਈਵਲ। ਉਹ ਤੁਹਾਡੇ ਉਹਦੇ ਆਉਣ 'ਤੇ ਡਿਸਟਰਬ ਜਿਹਾ ਲੱਗਿਆ, ਜਿਵੇਂ ਮਾਨ ਸਿੰਘ ਦੇ ਆਉਣ 'ਤੇ। ਹਿਜ਼ ਆਈਜ਼ ਵੈਂਡਰਡ ਅਵੇ ਫਰੋਮ ਹਿਜ਼ ਫੇਸ ਐਂਡ ਦੈਨ ਫਰੋਜ਼ ਇਨਟੂ ਅ ਫਿਕਸ ਲੋ ਗੇਜ਼ ਔਨ ਦ ਗਰਾਊਂਡ। ਉਹਦੀਆਂ ਅੱਖਾਂ ਇੱਧਰ ਉੱਧਰ ਜਾ ਰਹੀਆਂ ਸੀ, ਫਿਰ ਉਹ ਥੱਲੇ ਨੂੰ ਵੇਖਣ ਲੱਗ ਗਿਆ। ਮਾਨ ਸਿੰਘ ਵਾਜ਼ ਬਾਈ ਨੋ ਮੀਨਸ ਆਫ ਐਨ ਇੰਪੇਸ਼ੈਂਟ ਡਿਸਪੋਜੀਸ਼ਨ। ਮਾਨ ਸਿੰਘ ਜਿਹੜਾ ਹੈ ਉਹ ਇੰਪੇਸ਼ੈਂਟ ਨਹੀਂ ਸੀ, ਮਤਲਬ ਬੇਸਬਰੀ ਨਹੀਂ ਸੀ, ਉਹਨੇ ਸਬਰ ਰੱਖਿਆ। ਬਟ ਹੀ ਥੋਟ ਦਿਸ ਵੈਲਕਮ ਰਾਦਰ ਕੁਇਰ। ਬਟ ਉਹਨੂੰ ਇਹ ਵੈਲਕਮ ਥੋੜ੍ਹਾ ਜਿਹਾ ਅਜੀਬ ਲੱਗਿਆ, ਕਿਉਂਕਿ ਜਦੋਂ ਆਪਣੇ ਦੋਸਤ ਦੇ ਘਰ ਗਿਆ ਤਾਂ ਹੀ ਵਾਜ਼ ਐਕਸਪੈਕਟਿੰਗ ਅ ਵੈਰੀ ਵਾਰਮ ਵੈਲਕਮ। ਉਹ ਬਹੁਤ ਨਿੱਘਾ ਸਵਾਗਤ ਨੂੰ ਉਮੀਦ ਕਰ ਰਿਹਾ ਸੀ, ਪਰ ਉਸ ਤਰ੍ਹਾਂ ਦਾ ਸਵਾਗਤ ਉਹਨੂੰ ਨਹੀਂ ਮਿਲਿਆ। ਫॉर ਅ ਮੂਮੈਂਟ ਹੀ ਪਰਸੂਏਡਡ ਹਿਮਸੈਲਫ ਦੈਟ ਦ ਓਲਡ ਮੈਨ ਵਾਜ਼ ਨਾਟ ਕਰਮ ਸਿੰਘ's ਫਾਦਰ। ਇੱਕ ਮਿੰਟ ਲਈ ਉਹਨੇ ਆਪਣੇ ਆਪ ਮਨ ਨੂੰ ਸਮਝਾਇਆ ਵੀ ਸ਼ਾਇਦ ਇਹ ਕਰਮ ਸਿੰਘ ਦੇ ਫਾਦਰ ਨਹੀਂ ਹੈਗੇ। ਯੂ ਆਰ ਕਰਮ ਸਿੰਘ's ਫਾਦਰ, ਮਾਨ ਸਿੰਘ ਆਸਕਡ ਐਟ ਲਾਸਟ। ਉਹਨੇ ਅੰਤ ਦੇ ਵਿੱਚ ਪੁੱਛ ਹੀ ਲਿਆ ਕਿ ਕਿਆ ਤੁਸੀਂ ਕਰਮ ਸਿੰਘ ਦੇ ਪਿਓ ਹੋ, ਉਹਨਾਂ ਦੇ ਫਾਦਰ ਹੋ। ਡਿਮੈਂਡਿੰਗ ਐਜ਼ ਇਟ ਵਰ ਅ ਲਿਟਲ ਮੋਰ ਅਟੈਂਸ਼ਨ। ਯੈਸ ਦਿਸ ਇਜ਼ ਕਰਮ ਸਿੰਘ's ਹਾਊਸ। ਉਹਨੇ ਕਿਹਾ ਹਾਂ ਇਹ ਕਰਮ ਸਿੰਘ ਦਾ ਘਰ ਹੈ। ਡਿਡ ਹੀ ਰਾਈਟ ਟੂ ਯੂ ਅਬਾਊਟ ਮੀ? ਕਹਿੰਦੇ ਫਿਰ ਉਹਨੇ ਕੀ ਤੁਹਾਨੂੰ ਮੇਰੇ ਬਾਰੇ ਲਿਖਿਆ ਸੀ? ਯੈਸ ਹੀ ਡਿਡ, ਹੀ ਰੋਟ ਦੈਟ ਯੂ ਵੁੱਡ ਕਮ ਐਂਡ ਸੀ ਅਸ। ਕਹਿੰਦੇ ਉਹਨੇ ਲਿਖਿਆ ਸੀ ਕਿ ਤੁਸੀਂ ਆਓਗੇ ਅਤੇ ਮੈਨੂੰ ਮਿਲੋਗੇ। ਦ ਓਲਡ ਮੈਨ ਗੋਡ ਅਪ ਐਜ਼ ਹੀ ਅਟਰਡ ਦੀਜ਼ ਵਰਡਸ ਐਂਡ ਵਾਕਡ ਅਵੇ ਟੂ ਦ ਕੋਰਟਯਾਰਡ। ਓਲਡ ਜਿਹੜਾ ਬਜ਼ੁਰਗ ਆਦਮੀ ਉਹ ਖੜ੍ਹਾ ਹੋ ਗਿਆ ਅਤੇ ਉਹਨੇ ਉੱਥੋਂ ਉਹ ਚਲਾ ਗਿਆ। ਹੀ ਅਨਫਾਸਨਡ ਅ ਬਫਲੋ ਕਾਫ ਫਰੋਮ ਵਨ ਟਰੋਫ ਐਂਡ ਟਰਾਈਡ ਇਟ ਟੂ ਅਨਦਰ। ਉਹਨੇ ਜਿਹੜਾ ਹੈ ਬਫਲੋ ਕਾਫ ਜਿਹੜਾ ਹੈ ਮੱਝ ਦਾ ਜਿਹੜਾ ਬੱਚਾ ਹੁੰਦਾ ਹੈ, ਕੱਟਾ ਜਿਹੜਾ ਹੁੰਦਾ, ਉਹਨੂੰ ਇੱਕ ਪਾਸੇ ਤੋਂ ਇੱਕ ਖੁੰਟੀ ਤੋਂ ਖੋਲ੍ਹਿਆ ਅਤੇ ਦੂਜੀ 'ਤੇ ਬੰਨ੍ਹ ਦਿੱਤਾ। ਹੀ ਸਟਾਰਟਡ ਪੈਟਿੰਗ ਦ ਐਨੀਮਲਸ ਐਂਡ ਗੇਵ ਇਟ ਹਿਜ਼ ਹੈਂਡ ਟੂ ਲਿਕ। ਉਹਨੇ ਐਨੀਮਲਸ ਨੂੰ ਪੈਟਿੰਗ ਕਰਨਾ, ਪਿਆਰ ਕਰਨਾ ਸ਼ੁਰੂ ਕਰਤਾ। ਦੈਨ ਹੀ ਵੈਂਟ ਇਨਸਾਈਡ ਟੂ ਅਨਾਊਂਸ ਮਾਨ ਸਿੰਘ's ਅਰਾਈਵਲ ਐਂਡ ਆਸਕ ਫॉर ਟੀ ਟੂ ਬੀ ਸੈਂਟ ਟੂ ਹਿਮ। ਫਿਰ ਉਹ ਅੰਦਰ ਗਿਆ ਅਤੇ ਉਹਨੇ ਮਾਨ ਸਿੰਘ ਦੇ ਅਰਾਈਵਲ ਬਾਰੇ ਦੱਸਿਆ ਅਤੇ ਉਹਨੇ ਕਿਹਾ ਵੀ ਚਾਹ ਲਿਆਓ। ਐਂਡ ਐਜ਼ ਇਫ ਹੀ ਫੀਅਰਡ ਕਮਿੰਗ ਬੈਕ ਟੂ ਦ ਪੋਰਚ ਅਗੇਨ ਹੀ ਪੌਜ਼ਡ ਇਨ ਦ ਕੋਰਟਯਾਰਡ, ਦਿਸ ਟਾਈਮ ਨੀਅਰ ਦ ਮੇਅਰ। ਜਦੋਂ ਐਵੇਂ ਲੱਗ ਰਿਹਾ ਸੀ ਕਿ ਉਹ ਵਾਪਸ ਆਉਣ ਤੋਂ ਡਰ ਰਿਹਾ ਹੋਵੇ ਹੀ, ਫਿਰ ਉਹ ਕੋਰਟਯਾਰਡ ਦੇ ਵਿੱਚ ਖੜ੍ਹਾ ਹੋ ਗਿਆ ਨੀਅਰ ਦ ਮੇਅਰ, ਘੋੜੀ ਦੇ ਨੇੜੇ। ਹੀ ਟਰਨਡ ਅਪ ਦ ਚੈਫ ਇਨ ਫਰੰਟ ਆਫ ਹਰ। ਉਹਨੇ ਉਹਦੇ ਅੱਗੇ ਥੋੜ੍ਹਾ ਜਿਹਾ ਚੈਫ, ਉਹਦਾ ਜਿਹੜਾ ਘਾਹ ਜਿਹੜਾ ਉਹਨੂੰ ਪਾਉਂਦੇ ਉਹ ਖਾਣ ਲਈ ਪਾਤਾ। ਐਂਡ ਪੁੱਟ ਇਨ ਸਮ ਮੋਰ ਗ੍ਰੈਮ, ਤੇ ਥੋੜ੍ਹੇ ਹੋਰ ਗ੍ਰੈਮ ਚਨੇ ਪਾਤੇ। ਦੈਨ ਹੀ ਕੇਮ ਬੈਕ ਟੂ ਦ ਪੋਰਚ। ਫਿਰ ਪੋਰਚ 'ਚੋਂ ਆਇਆ ਬਟ ਹੀ ਸੀਮ ਲੌਸਟ ਐਜ਼ ਬਿਫੋਰ। ਉਹ ਪਹਿਲੀ ਦੀ ਤਰ੍ਹਾਂ ਹੀ ਖੋਇਆ ਹੋਇਆ ਲੱਗ ਰਿਹਾ ਸੀ। ਤਾਂ ਵਾਟ ਆਰ ਵੀ ਅਬਜ਼ਰਵਿੰਗ, ਅਸੀਂ ਕੀ ਦੇਖ ਰਹੇ ਹਾਂ ਕਿ ਜਦੋਂ ਮਾਨ ਸਿੰਘ ਆਇਆ ਹੈ, ਕਰਮ ਸਿੰਘ ਦਾ ਫਾਦਰ, ਜਿਹੜੇ ਕਰਮ ਸਿੰਘ ਦੇ ਫਾਦਰ ਸਾਹਿਬ ਨੇ, ਉਹਨਾਂ ਦੇ ਜਿਹੜੇ ਪਿਤਾ ਜੀ ਨੇ, ਉਹ ਇੱਧਰ ਉੱਧਰ ਕੰਮ 'ਚ ਹੀ ਬਿਜ਼ੀ ਨੇ, ਉਹਨੂੰ ਕੋਈ ਅਟੈਂਸ਼ਨ ਜ਼ਿਆਦਾ ਨਹੀਂ ਦੇ ਰਹੇ। ਵੇਅਰ ਇਜ਼ ਜਸਵੰਤ ਸਿੰਘ? ਆਸਕਡ ਮਾਨ ਸਿੰਘ ਟੂ ਬ੍ਰੇਕ ਦ ਔਕਵਰਡ ਸਾਇਲੈਂਸ। ਹੁਣ ਚੁੱਪੀ ਜੀ ਛਾ ਗਈ, ਨਾ ਕੋਈ ਬੋਲ ਰਿਹਾ, ਕੋਈ ਵੀ ਨਹੀਂ ਬੋਲ ਰਿਹਾ। ਤਾਂ ਉਹਨੇ ਚੁੱਪੀ ਨੂੰ ਤੋੜਨ ਵਾਸਤੇ ਮਾਨ ਸਿੰਘ ਨੇ ਪੁੱਛਿਆ ਕਿ ਜਸਵੰਤ ਸਿੰਘ ਕਿੱਥੇ ਹੈ? ਹੀ ਨਿਊ ਦੈਟ ਕਰਮ ਸਿੰਘ ਹੈਡ ਅ ਯੰਗਰ ਬ੍ਰਦਰ। ਉਹਨੂੰ ਪਤਾ ਸੀ ਕਿ ਕਰਮ ਸਿੰਘ ਦਾ ਇੱਕ ਛੋਟਾ ਭਰਾ ਵੀ ਹੈ। ਹੀ ਵਿਲ ਬੀ ਹੇਅਰ ਪ੍ਰੈਜ਼ੈਂਟਲੀ ਵਿਦ ਅ ਕਾਰਟ ਲੋਡ ਆਫ ਫੋਡਰ। ਤਾਂ ਉਹਦੇ ਪਿਤਾ ਨੇ ਕਿਹਾ ਕਿ ਉਹ ਇੱਥੇ ਹੀ ਹੋਏਗਾ ਫੋਡਰ ਦੇ ਨਾਲ, ਚਾਰੇ ਦੇ ਨਾਲ, ਇੱਧਰ ਹੀ ਉੱਧਰ ਹੀ ਹੋਣਾ। ਮੀਨਵਾਈਲ ਕਰਮ ਸਿੰਘ's ਮਦਰ ਬਰੌਟ ਦਾ ਟੀ। ਇਹਨੇ 'ਚ ਕਰਮ ਸਿੰਘ ਦੀ ਮਾਂ ਚਾਹ ਲਿਆਈ। ਸਤਿ ਸ਼੍ਰੀ ਅਕਾਲ ਬੀਜੀ। ਦੇਰ ਵਾਜ਼ ਅ ਨੋਟ ਆਫ ਫਿਲੀਅਲ ਕੋਰਡੀਐਲਿਟੀ ਇਨ ਮਾਨ ਸਿੰਘ's ਵਰਡਸ। ਉਹਨੇ ਬੀਜੀ ਨੂੰ ਸਤਿ ਸ਼੍ਰੀ ਅਕਾਲ ਬੁਲਾਈ, ਕਰਮ ਸਿੰਘ ਦੀ ਮਾਂ ਨੂੰ, ਅਤੇ ਉਹਦੇ ਜਿਹੜੇ ਸ਼ਬਦਾਂ ਦੇ ਵਿੱਚ ਹੈ ਫਿਲੀਅਲ ਕੋਰਡੀਐਲਿਟੀ। ਫਿਲੀਅਲ ਕੀ ਹੁੰਦਾ? ਜਿਹੜਾ ਰਿਲੇਸ਼ਨ ਪੇਰੈਂਟਸ ਦਾ ਅਤੇ ਬੱਚਿਆਂ ਦਾ ਹੁੰਦਾ, ਦੈਟ ਇਜ਼ ਉਹਨਾਂ ਦਾ ਜਿਹੜਾ ਪਿਆਰ ਹੈ, ਦੈਟ ਇਜ਼ ਕਾਲਡ ਫਿਲੀਅਲ ਲਵ। ਤਾਂ ਉਹਦੇ ਜਿਹੜੇ ਸ਼ਬਦਾਂ ਦੇ ਵਿੱਚ ਹੈ ਉਸ ਤਰ੍ਹਾਂ ਦਾ ਪਿਆਰ ਸੀ। ਦ ਓਲਡ ਵੂਮਨਸ ਲਿਪਸ ਕੁਇਵਰਡ ਐਂਡ ਇਟ ਅਪੀਅਰਡ ਐਜ਼ ਇਫ ਸ਼ੀ ਵੁੱਡ ਸੇ ਸਮਥਿੰਗ ਬਟ ਸ਼ੀ ਡਿਡ ਨਾਟ। ਉਸ ਤਰ੍ਹਾਂ ਉਸਦੇ ਜਿਹੜੇ ਹੋਂਠ ਨੇ ਉਹ ਹਿੱਲੇ, ਇਸ ਤਰ੍ਹਾਂ ਲੱਗਿਆ ਕਿ ਉਹ ਕੁਝ ਕਹੇਗੀ ਬਟ ਉਹਨੇ ਕੁਝ ਕਿਹਾ ਨਹੀਂ। ਮਾਨ ਸਿੰਘ took the tea jar and cup from her and she went back। ਉਹਨੇ ਉਹ ਤੋਂ ਚਾਹ ਵਾਲੇ ਜਿਹੜੇ ਭਾਂਡੇ ਨੇ ਉਹ ਫੜ ਲਏ ਅਤੇ ਉਹ ਵਾਪਸ ਚਲੀ ਗਈ। These Majlis are strange people। ਸੋਚ ਰਿਹਾ ਕਿ ਮਾਝੇ ਦੇ ਲੋਕ ਬੜੇ ਸਟ੍ਰੇਂਜ ਹੁੰਦੇ ਨੇ। Said ਮਾਨ ਸਿੰਘ to himself, he felt deeply cut up। ਉਹਨੂੰ ਲੱਗਿਆ he is feeling cut up, he is feeling lonely। ਉਹਨੂੰ ਇਕੱਲਾ ਜਿਹਾ ਲੱਗ ਰਿਹਾ ਵੀ ਇਹ ਤਾਂ ਮੇਰੇ ਨਾਲ ਕੋਈ ਬੋਲ ਹੀ ਨਹੀਂ ਰਿਹਾ ਵਧੀਆ। However could not retrace his footsteps now। ਪਰ ਉਹਨੂੰ ਪਿੱਛੇ ਤਾਂ ਜਾ ਨਹੀਂ ਸਕਦਾ, ਉਹ ਤਾਂ ਆ ਚੁੱਕਿਆ। Well, I will stay for the night, I have to, and then leave early in the morning, he decided। ਉਹਨੇ ਕਿਹਾ ਹੁਣ ਮੈਨੂੰ ਰਾਤ ਤਾਂ ਇੱਥੇ ਹੀ ਰਹਿਣਾ ਪਏਗਾ, ਤਾਂ ਮੈਂ ਸਵੇਰੇ ਜਲਦੀ ਚਲਾ ਜਾਵਾਂਗਾ। At night when Jaswant Singh arrived, the talk became little more informal। ਜਦੋਂ ਸ਼ਾਮ ਨੂੰ ਜਸਵੰਤ ਘਰੇ ਆਇਆ
ਕਰਮ ਸਿੰਘ ਦਾ ਛੋਟਾ ਭਰਾ। ਤਾਂ ਜਿਹੜੀ ਗੱਲਬਾਤ ਹੈ ਉਹ ਹੋਈ ਥੋੜ੍ਹੀ ਬਹੁਤ। ਵੈਰੀ ਫੇਮਸ ਇਜ਼ ਕਰਮ ਸਿੰਘਸ ਬੁਲੇਟਸ ਇਨ ਦ ਬਰਮਾ ਵॉर। ਕਹਿੰਦੇ ਕਰਮ ਸਿੰਘ ਦੀ ਜਿਹੜੀ ਗੋਲੀਆਂ ਨੇ ਨਾ ਬਰਮਾ ਵॉर ਦੇ ਵਿੱਚ ਉਹ ਬਹੁਤ ਫੇਮਸ ਨੇ। ਲੈਟ ਹਿਮ ਪੁੱਲ ਦ ਟ੍ਰਿਗਰ ਐਂਡ ਡਾਊਨ ਕਮ ਅ ਜੈਪਨੀਜ਼। ਕਹਿੰਦੇ ਇੱਕ ਵਾਰ ਉਹ ਟ੍ਰਿਗਰ ਚਲਾਉਂਦਾ ਮਾੜਾ ਜਿਹਾ ਉਹ ਨੱਪਦਾ ਪਿਸਤੌਲ ਦਾ ਅਤੇ ਉਹ ਜੈਪਨੀਜ਼ ਥੱਲੇ ਫਰੋਮ ਵੇਅਰ ਵੀ ਨੋ ਨੋਟ, ਪਤਾ ਨਹੀਂ ਕਿੱਥੋਂ ਆ ਜਾਂਦੇ ਨੇ। ਗੋਇੰਗ ਅਪ ਵਿਦ ਹਿਮ ਵੀ ਨੈਵਰ ਨੋ ਹਾਊ ਹੀ ਸਪੋਟਡ ਹਿਮ ਆਊਟ। ਕਹਿੰਦੇ ਜਦੋਂ ਅਸੀਂ ਉਹਦੇ ਨਾਲ ਜਾ ਰਹੇ ਹੁੰਦੇ ਸੀ ਸਾਨੂੰ ਪਤਾ ਹੀ ਨਹੀਂ ਲੱਗਦਾ ਸੀ ਕਿ ਉਹ ਜੈਪਨੀਜ਼ ਨੂੰ ਕਿਸ ਤਰ੍ਹਾਂ ਲੱਭ ਲੈਂਦਾ ਅਤੇ ਗੋਲੀ ਵੀ ਮਾਰ ਦਿੰਦਾ। ਹੇਅਰ ਮਾਨ ਸਿੰਘ ਪੋਜ਼ਡ ਹੋਪਿੰਗ ਦੈਟ ਹੀ ਵੁੱਡ ਬੀ ਆਸਕ ਮੈਨੀ ਮੋਰ ਕੁਐਸਚਨਸ ਅਬਾਊਟ ਕਰਮ ਸਿੰਘ। ਫਿਰ ਉਹਨੇ ਉੱਥੇ ਪੋਜ਼ ਲਿਆ, 2 ਮਿੰਟ ਚੁੱਪ ਹੋ ਗਿਆ। ਉਹਨੇ ਸੋਚਿਆ ਵੀ ਮੈਂ ਇੰਨਾ ਕੁਝ ਦੱਸ ਰਿਹਾ, ਸ਼ਾਇਦ ਮੇਰੇ ਤੋਂ ਕੋਈ ਹੋਰ ਕਰਮ ਸਿੰਘ ਬਾਰੇ ਕੁਝ ਪੁੱਛੇਗਾ, ਦ ਜੈਪਨੀਜ਼ ਐਂਡ ਦ ਵॉर, ਕੋਈ ਜੈਪਨੀਜ਼ ਬਾਰੇ ਪੁੱਛੇਗਾ, ਯੁੱਧ ਬਾਰੇ ਪੁੱਛੇਗਾ। ਇਟ ਵਾਜ਼ ਫੁੱਲ ਆਫ ਨਿਊਜ਼, ਉਹਦੇ ਕੋਲ ਤਾਂ ਖਬਰਾਂ ਹੀ ਖਬਰਾਂ ਨੇ। ਹੀ ਵਾਂਟਡ ਟੂ ਟੇਕ ਦ ਵੇਟ ਆਫ ਹਿਸ ਚੈਸਟ, ਉਹ ਆਪਣੇ ਸੀਨੇ ਤੋਂ ਭਾਰ ਲਾ ਦੇਣਾ ਚਾਹੁੰਦਾ ਹੈ। ਬਟ ਪਰ ਨੋਬਡੀ ਕੇਅਰ ਟੂ ਲਿਸਨ ਟੂ ਹਿਮ, ਪਰ ਕੋਈ ਉਹਦੇ ਕੋਈ ਗੱਲ ਸੁਣਨਾ ਹੀ ਨਹੀਂ ਚਾਹੁੰਦਾ। ਨੋਬਡੀ ਵਾਜ਼ ਇੰਟਰਸਟਿਡ, ਕੋਈ ਇੰਟਰਸਟ ਹੀ ਨਹੀਂ ਲੈ ਰਿਹਾ। ਵੈਨ ਡੂ ਵੀ ਗੈਟ ਆਵਰ ਕਨਾਲ ਵਾਟਰਡ ਨੈਕਸਟ ਜਸਵੰਤ, asked the father after a rather prolonged dull interval. When do we get our canal water next, Jaswant? Asked the father after a rather prolonged dull interval. The father ने थोड़ी देर चुप्पी तो बाद जसवंत ਨੂੰ ਪੁੱਛਿਆ ਕਿ ਆਪਣਾ ਪਾਣੀ ਕਦੋਂ ਆਉਣਾ ਹੈ। The day after tomorrow at 3 o'clock in the morning. ਪਰਸੋਂ ਆਏਗਾ 3 ਵਜੇ ਸਵੇਰੇ। This reference to time gave Man Singh another opportunity to take up the thread of his talk. ਇਸ ਗੱਲਬਾਤ ਨਾਲ ਮਾਨ ਸਿੰਘ ਨੂੰ ਫਿਰ ਮੌਕਾ ਮਿਲਿਆ ਗੱਲ ਕਰਨ ਦਾ। ਯੈਸ, ਕਰਮ ਸਿੰਘ ਇਨ ਦ ਆਰਮੀਜ਼ ਐਟ ਲੀਸਟ ਸਪੇਅਰਡ ਦਿਸ ਬ੍ਰਦਰ ਆਫ ਰਾਈਜ਼ਿੰਗ ਸੋ ਅਰਲੀ, ਅਤੇ ਕਰਮ ਸਿੰਘ ਕਹਿੰਦੇ ਆਰਮੀ 'ਚ ਘੱਟੋ ਘੱਟ ਉਹਨੂੰ ਇੰਨਾ ਤਾਂ ਨਹੀਂ ਵੀ ਉਹਨੂੰ ਛੇਤੀ ਉੱਠਣਾ ਪੈਂਦਾ। ਹੀ ਲਵਜ਼ ਹਿਜ਼ ਮੋਰਨਿੰਗ ਸਲੀਪ, ਉਹਨੂੰ ਆਪਦੀ ਸਵੇਰ ਦੀ ਨੀਂਦ ਬਹੁਤ ਪਸੰਦ ਹੈ। ਐਂਡ ਇਜ਼ ਆਲਵੇਜ਼ ਲਾਸਟ ਅਮੰਗ ਅਸ ਦੇਅਰ ਟੂ ਗੈਟ ਅਪ, ਅਤੇ ਉਹ ਸਾਡੇ ਸਾਰਿਆਂ 'ਚੋਂ ਸਭ ਤੋਂ ਲੇਟ ਉੱਠਦਾ ਹੈ। Man Singh could talk of his friend ceaselessly, tirelessly, but even his last remark of his failed to arouse any visible interest among his audience. But Man Singh ਜਿਹੜਾ ਹੈ ਆਪਣੇ ਦੋਸਤ ਦੇ ਬਾਰੇ ਗੱਲਾਂ ਅੰਤ ਤੱਕ ਬਿਲਕੁਲ ਬਿਨਾਂ ਥੱਕੇ ਕਰਨ ਵਾਸਤੇ ਤਿਆਰ ਹੈ, ਬਟ ਉਹਦੀ ਜਿਹੜੀਆਂ ਗੱਲਾਂ ਹੈ ਲਾਸਟ ਗੱਲ ਵੀ ਕਿਸੇ 'ਚ ਕੋਈ ਇੰਟਰਸਟ ਨਹੀਂ ਜਗਾ ਸਕਦੀ। ਦ ਫੂਡ ਕੇਮ, ਖਾਣਾ ਆ ਗਿਆ। ਦੇਵਰ ਸਪੈਸ਼ਲ ਡਿਸ਼ਿਜ਼ ਮੇਡ ਫॉर ਹਿਮ, ਉਹਦੇ ਵਾਸਤੇ ਸਪੈਸ਼ਲ ਚੀਜ਼ਾਂ ਬਣਾਈਆਂ ਗਈਆਂ। ਜਸਵੰਤ ਕੈਪਟ ਵੇਵਿੰਗ ਅ ਫੈਨ ਐਜ਼ ਹੀ ਏਟ, ਜਸਵੰਤ ਆਪਣਾ ਜਿਹੜਾ ਹੈ ਇੱਕ ਪੱਖਾ ਜਿਹਾ ਹਿਲਾਉਂਦਾ ਰਿਹਾ ਜਦੋਂ ਉਹਨੇ ਖਾਣਾ ਖਾਇਆ, ਜਦੋਂ ਖਾਣਾ ਖਾ ਰਿਹਾ ਸੀ। ਮਾਨ ਸਿੰਘ ਸਮਵਟ ਗੋਟ ਓਵਰ ਦ ਫੀਲਿੰਗ ਦੈਟ ਹੀ ਹੈਡ ਨੋਟ ਬੀਨ ਸ਼ੋਨ ਮਚ ਅਟੈਂਸ਼ਨ। ਮਾਨ ਸਿੰਘ ਨੂੰ ਥੋੜ੍ਹਾ ਜਿਹਾ ਇਸ ਫੀਲਿੰਗ ਤੋਂ ਉੱਪਰ ਆਇਆ ਕਿ ਮੈਨੂੰ ਕੋਈ ਅਟੈਂਸ਼ਨ ਨਹੀਂ ਮਿਲ ਰਹੀ, ਇਸ ਫੀਲਿੰਗ ਤੋਂ ਬਾਹਰ ਆਇਆ। ਸੋ ਟੁਡੇ ਇਨ ਦਿਸ ਕਲਾਸ ਵੀ ਵਿਲ ਡੂ ਟਿਲ ਹੇਅਰ ਓਨਲੀ, ਐਂਡ the next part of the chapter will be completed in the next video. So till then, stay tuned and thanks for watching.